सतनाम श्री वाहिगुरु साहिब जीओ। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद जप। आद सच जुगाद सच है भी सच, नानक होसी भी सच। दीन दर्द दुख भंजना घट घट नाथ अनाथ, शरण तुम्हारी आयो नानक के प्रभ साथ। दीन दर्द निवार ठाकुर, राखै जन की आप। तरन तारन हर निध, दुख ना सकै व्याप। जेता जियो पिंड सब तेरा, तू अंतर जामी पुरख भगवान। दासन दास कहे जन नानक, जिहा तू कराए तिहा हों करी बख्यान। परम सन्मान सत्कारयोग गुरु प्यारी गुरु सवारी साध संगत जी, दासरियां दी फतेह प्रवान करनी जीओ। वाहिगुरु जी का खालसा, वाहिगुरु जी की फतेह। सतगुरु जी ने महान किरपा की आप सब संगतां ते, जो इस कल युग के समय विच जो सारे संसार दी बहुत करके विषय विकारां वल, काम क्रोलो मोह हंकार वल, आशा तृष्णा विच हमेशा ध्यान रहिंदा है। सो इस भयानक कल युग के समय विच सानूं बाणी दी विचार श्रवण करन दा सुभाग समा सतगुरु बख्शदे हन। सतगुरु जी दी मेहर दे नाल पातशाह ने महान किरपा की है। जो लड़ीवार गुरबाणी की कथा आप श्रवण कर रहे हो, कुछ समय तो श्री जाप साहिब जो धन सतगुरु श्री गुरु गोबिंद सिंह जी महाराज सच्चे पातशाह साहिबे कमाल सतगुरु जी की पावन रसना तो उचारण हुई बाणी श्री जाप साहिब जी की विचार कथा रोजाना ही लड़ीवार श्रवण करते। सतगुरु जी ने कल किरपा की सी, गुरमुखो 93 नंबर पौड़ी तक विचार हुई सी। सो आज आओ अगे जिमें सतगुरु उन्हां दी मौज है, जिमें वो अपने ते किरपा करते हैं, आपां यतन करिए झोलियां भरन दा। सतनाम श्री वाहिगुरु साहिब जीओ। चाचरी छंद तुवै प्रसाद। चाचरी छंद अगे भी आया है, दसिया है कि आकाशी बिजली की चाल वाला छंद है। तुवै प्रसाद पातशाह जी कहते असीं वाहिगुरु परमेश्वर जी आप जी की मेहर नाल इह छंद उचारण करते हैं। असीं भावना बनाउणी है, महाराज आप जी की मेहर नाल असीं कथा विचार कर रहे हैं। आप जी की मेहर नाल असीं कथा सुन रहे हैं। किरपा पातशाह जी आप जी की है। इदां दी भावना बना के असीं हाज़री लाउणी है। अगे कहंदे गोबिंदे मुकंदे उदारे अपारे, हरियं करियं निर्नामे अकामे। ये जिहड़ा चाचरी छंद है, दो पौड़ियां हैं। हरेक पौड़ी में 4 अखर हैं, 4 शब्द कह लो।
ਇੱਕੋ ਹੀ ਸ਼ਬਦ ਮੁਕੰਮਲ ਹੈ ਆਪਣੇ ਅਰਥਾਂ ਵਿੱਚ। ਇਸ ਛੰਦ ਦਾ ਜਾਪ ਕਰਨ ਦਾ ਬਹੁਤ ਵੱਡਾ ਸਾਧ ਸੰਗਤ ਜੀ ਮਹਾਤਮ ਹੈ। ਬਹੁਤ ਮਹਾਂਪੁਰਖਾਂ ਨੇ ਇਸ ਛੰਦ ਦਾ ਜਾਪ ਕੀਤਾ ਹੈ, ਬਹੁਤ ਲੰਮਾ ਸਮਾਂ। ਸੋ ਇਹ ਛੰਦ ਦਾ ਜਾਪ ਕਰਨ ਨਾਲ ਮਾਇਆ ਦੀ, ਧਨ ਦੀ ਕਮੀ ਨਹੀਂ ਰਹਿੰਦੀ, ਦੁੱਖ ਕਲੇਸ਼ ਨੱਠ ਜਾਂਦੇ ਹਨ, ਸ਼ੋਭਾ ਵਡਿਆਈ ਬਹੁਤ ਹੋ ਜਾਂਦੀ ਹੈ, ਪ੍ਰਭਤਾ ਹੁੰਦੀ ਮਨੁੱਖ ਦੀ, ਸੁਰਤ ਨਾਮ ਵਿੱਚ ਜੁੜਨ ਲੱਗ ਜਾਂਦੀ। ਤੇ ਬਹੁਤ ਮਹਾਂਪੁਰਖ ਜਿਨ੍ਹਾਂ ਨੇ ਇਸ ਛੰਦ ਦਾ ਜਾਪ ਕੀਤਾ, ਅੱਗੇ ਕਈ ਤਰੀਕੇ ਹਨ, ਨਾਲ ਮੂਲ ਮੰਤਰ ਲਾ ਕੇ ਵੀ ਹੋ ਜਾਂਦਾ, ਉੱਦਾਂ ਵੀ ਹੋ ਜਾਂਦਾ। ਜਿੰਨੀ ਅਸੀਂ ਮਿਹਨਤ ਕਰਾਂਗੇ ਓਨਾ ਹੀ ਝੋਲੀਆਂ 'ਚ ਦਾਤ ਮਹਾਰਾਜ ਪਾ ਦਿੰਦੇ ਹਨ। ਬੜੀ ਕਿਰਪਾ ਹੈ। ਸੋ ਸੰਗਤ ਨੂੰ ਬੇਨਤੀ ਹੈ, ਥੋੜ੍ਹਾ ਬਹੁਤਾ ਇਸ ਦਾ ਸਿਮਰਨ 2, 4, 5, 7 ਮਿੰਟ ਜਿੰਨਾ ਕਰ ਸਕਦੇ ਹਾਂ ਕਰਨਾ ਚਾਹੀਦਾ। ਜੇ ਬਹੁਤਾ ਅਭਿਆਸ ਕਰੀਏ ਤਾਂ ਸਤਿਗੁਰੂ ਪਾਤਸ਼ਾਹ ਜੀ ਦੀ ਬਹੁਤ ਜ਼ਿਆਦਾ ਕਿਰਪਾ ਵਰਤ ਜਾਂਦੀ ਹੈ। ਆਓ ਛੰਦ ਨੂੰ ਵਿਚਾਰੀਏ, ਬਾਣੀ ਦੀ ਵਿਚਾਰ ਕਰੀਏ। ਮਹਾਰਾਜ ਕਹਿੰਦੇ ਗੋਬਿੰਦੇ ਗੋਬਿੰਦੇ, ਗੋ ਹੁੰਦੀ ਪ੍ਰਿਥਵੀ, ਬਿੰਦੇ ਹੁੰਦਾ ਹੈ ਜਿਹਦੇ ਆਸਰੇ ਪ੍ਰਿਥਵੀ ਧਰਤੀ ਖੜੀ ਹੈ, ਸ੍ਰਿਸ਼ਟੀ ਖੜੀ ਹੈ। ਭਾਵ ਇਹ ਪਰਮਾਤਮਾ ਵਾਹਿਗੁਰੂ ਤੁਸੀਂ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ। ਗੋ ਇੰਦਰੀਆਂ ਨੂੰ ਵੀ ਕਹਿੰਦੇ ਹਨ, ਜੋ ਕਰਮ ਇੰਦਰੀਆਂ ਔਰ ਗਿਆਨ ਇੰਦਰੀਆਂ ਹਨ। ਇਹਨਾਂ ਨੂੰ ਬਿੰਦੇ ਨੱਥ ਕੇ ਰੱਖਣ ਵਾਲਾ, ਆਪਣੇ ਕੰਟਰੋਲ ਵਿੱਚ ਰੱਖਣ ਵਾਲਾ ਇੱਕ ਵਾਹਿਗੁਰੂ ਹੈ। ਤਾਂ ਜਦੋਂ ਅਸੀਂ ਸਾਡੇ ਨਾ ਰਹਿਣ ਵੱਸ ਵਿੱਚ ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਤਾਂ ਭਜਨ ਵਾਹਿਗੁਰੂ ਪਰਮੇਸ਼ਰ ਦਾ ਕਰਨਾ ਚਾਹੀਦਾ। ਚੌਪਈ ਸਾਹਿਬ ਦੇ ਪਾਠ ਕਰਨ ਨਾਲ ਬਹੁਤ ਆਸਰਾ ਮਿਲਦਾ, ਮਦਦ ਮਿਲਦੀ ਹੈ, ਮਨ ਵੱਸ ਵਿੱਚ ਆ ਜਾਂਦਾ, ਇਹ ਕੰਟਰੋਲ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ। ਇਸ ਵਾਸਤੇ ਵਾਹਿਗੁਰੂ ਪਰਮੇਸ਼ਰ ਕਲਗੀਧਰ ਪਾਤਸ਼ਾਹ ਕਹਿੰਦੇ ਤੁਸੀਂ ਸਭ ਸ੍ਰਿਸ਼ਟੀ ਦੇ ਮਾਲਕ ਹੋ। ਮੁਕੰਦੇ ਮੁਕਤੀ ਦੇ ਦੇਣ ਵਾਲੇ ਹੋ ਤੁਸੀਂ, ਮੁਕਤੀ ਦਾਤਾ ਹੋ ਤੁਸੀਂ ਜੀਵ ਨੂੰ ਮੁਕਤ ਕਰਨ ਵਾਲੇ ਹੋ, ਫੁਰਨਿਆਂ ਤੋਂ ਮੁਕਤ ਕਰ ਦਿੰਦੇ ਹੋ, ਵਿਸ਼ੇ ਵਿਕਾਰਾਂ ਤੋਂ ਮੁਕਤ ਕਰ ਦਿੰਦੇ ਹੋ, ਕਾਮ ਕ੍ਰੋਧ ਲੋਭ ਹੰਕਾਰ ਤੋਂ ਮੁਕਤ ਕਰ ਦਿੰਦੇ ਹੋ, ਵਿਸ਼ੇ ਵਿਕਾਰਾਂ, ਆਸ਼ਾ ਤ੍ਰਿਸ਼ਨਾ ਤੋਂ, ਹੋਰ ਚੀਜ਼ਾਂ ਤੋਂ ਤੁਸੀਂ ਮੁਕਤ ਕਰ ਦਿੰਦੇ ਹੋ, ਪ੍ਰਭਤਾ ਵਡਿਆਈ ਤੋਂ ਵੀ ਤੁਸੀਂ ਮੁਕਤ ਕਰ ਦਿੰਦੇ ਹੋ। ਉਹਨਾਂ ਚਿਰ ਸਾਨੂੰ ਲੱਗਦਾ ਜੀ ਅਸੀਂ ਕੋਈ ਸੇਵਾ ਕਰੀਏ, ਸਿਮਰਨ ਕਰੀਏ, ਕੋਈ ਬਾਣੀ ਪੜ੍ਹੀਏ, ਸਾਡਾ ਸਨਮਾਨ ਕਰੋ, ਇਹ ਆਸ਼ਾ ਮੁੱਕ ਜਾਂਦੀ। ਉਹ ਸਨਮਾਨ ਦੀ ਲੋੜ ਨਹੀਂ ਹੁੰਦੀ, ਉਹਨੂੰ ਸਤਿਕਾਰ ਦੀ ਕੋਈ ਲੋੜ ਨਹੀਂ ਹੁੰਦੀ। ਉਹਨੂੰ ਪਤਾ ਵੀ ਵਾਹਿਗੁਰੂ ਪਰਮੇਸ਼ਰ ਸਾਡੇ 'ਤੇ ਕਿਰਪਾ ਕਰਦਾ। ਜੇ ਇਸ ਪਾਸੇ ਉਲਝ ਗਏ ਸੀ, ਜਿਹੜਾ ਅਸੀਂ ਕੋਈ ਪਾਠ ਕੀਤਾ, ਨੇਮ ਕੀਤਾ, ਸਿਮਰਨ ਕੀਤਾ, ਉਹ ਵੀ ਅਜਾਈਂ ਚਲਿਆ ਜਾਂਦਾ। ਕਿਸੇ ਮਨੁੱਖ ਤੋਂ ਸਤਿਕਾਰ ਦੀ ਆਸ ਨਹੀਂ ਅਸੀਂ ਰੱਖਣੀ। ਅਸੀਂ ਤਾਂ ਵਾਹਿਗੁਰੂ ਪਰਮੇਸ਼ਰ ਤੋਂ ਹੀ ਮਹਾਰਾਜ ਨੇ ਸਾਡਾ ਸਨਮਾਨ ਕਰਨਾ, ਸਾਨੂੰ ਸਤਿਕਾਰਯੋਗ ਬਣਾਉਣਾ, ਸਾਡੇ 'ਤੇ ਕਿਰਪਾ ਕਰਨੀ, ਕਿਉਂਕਿ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤੁਸੀਂ ਆਪਾਂ ਸੱਚੇ ਮਾਰਗ 'ਤੇ ਚੱਲੀਏ, ਆਪੇ ਹੀ ਕਿਰਪਾ ਹੋ ਜਾਂਦੀ। ਵਿਚਾਰ ਤੋਂ ਵਿਚਾਰ ਆਉਂਦੀ, ਅਸੀਂ ਚਾਹੁੰਦੇ ਸਾਡਾ ਸਤਿਕਾਰ ਹੋਵੇ, ਸਾਨੂੰ ਚੰਗਾ ਕੋਈ ਕਹੇ, ਸਾਡੇ ਨਿੰਦਿਆ ਕਰਨ ਵਾਲੇ ਨਾ ਹੋਣ, ਸਾਨੂੰ ਸਭ ਸਨਮਾਨ ਸਤਿਕਾਰ ਮਿਲੇ। ਪਾਤਸ਼ਾਹ ਕਹਿੰਦੇ, ਰੱਬ ਦੇ ਪਿਆਰੇ ਵੀ ਇਹ ਕਹਿੰਦੇ ਨੇ ਕਿ ਤੂੰ ਅੰਦਰ ਬੈਠ ਕੇ ਗੁਪਤ ਦੱਸ ਨਾ ਕਿਸੇ ਨੂੰ, ਇੰਨਾ ਸਿਮਰਨ ਕਰ, ਇੰਨਾ ਭਗਤੀ ਕਰ, ਇੰਨੀ ਬੰਦਗੀ ਕਰ, ਇਹ ਸਾਰਾ ਕੁਛ ਜੋ ਤੂੰ ਚਾਹੁੰਦਾ ਉੱਦਾਂ ਹੀ ਹੋ ਜਾਏ। ਬਹੁਤ ਲੋਕ ਸਤਿਕਾਰ ਕਰਨਗੇ, ਸਨਮਾਨ ਕਰਨਗੇ ਤੇਰਾ। ਤੂੰ ਨਾਮ ਦੀ ਕਮਾਈ ਕਰ, ਅੰਦਰ ਬੈਠ ਕੇ ਇੰਨਾ ਸਿਮਰਨ ਤੇਰਾ ਜ਼ਿਆਦਾ ਹੋਵੇ। ਦੁਨੀਆ ਹੈ ਉਹ ਮਾਇਆ ਵੱਲ ਭੱਜੀ ਫਿਰਦੀ, ਇੱਥੋਂ ਮਿਲਣ, ਇੱਥੋਂ ਮਿਲਣ, ਇੱਥੋਂ ਮਿਲਣ। ਅਸਲ ਵਿੱਚ ਧਿਆਨ ਦਿਓ,
ਬਹੁਤ ਲੋਕਾਂ ਕੋਲੇ ਮਾਇਆ ਹੈ, ਪਦਾਰਥ ਮਾਰੇ ਨੇ ਦਿੱਤੇ ਹੋਏ ਹਨ। ਅਸਲ ਵਿੱਚ ਦੁਨੀਆ ਨੂੰ ਬੰਦਗੀ ਕਰਨ ਵਾਲਾ ਲੱਭਦਾ ਨਹੀਂ, ਮਿਲਦਾ ਨਹੀਂ। ਦੁਨੀਆ ਤਾਂ ਚਾਹੁੰਦੀ ਹੈ ਕੋਈ ਬੰਦਗੀ ਵਾਲਾ, ਕੋਈ ਜੀਵਨ ਵਾਲਾ, ਕੋਈ ਸਿਮਰਨ ਵਾਲਾ, ਸਾਨੂੰ ਕੋਈ ਰਸਤਾ ਦਿਖਾਉਣ ਵਾਲਾ ਮਿਲੇ ਤੇ ਅਸੀਂ 10 ਰੁਪਈਏ ਉਹਦੇ ਅੱਗੇ ਰੱਖ ਕੇ ਅਸੀਂ ਆਪਣੀ ਕਮਾਈ ਸਫਲ ਕਰੀਏ। ਸਾਡੇ ਤਾਂ ਇਹ ਹੈ ਨਾ ਮਨ 'ਚ ਵੀ ਸਾਨੂੰ ਕਿਤੋਂ ਮਿਲੇ, ਕਿਤੋਂ ਮਿਲੇ, ਕਿਤੋਂ ਮਿਲੇ। ਪਾਤਸ਼ਾਹ ਕਹਿੰਦੇ ਨਹੀਂ, ਇਹ ਸਾਡੀ ਸ੍ਰਿਸ਼ਟੀ ਹੈ ਬਣਾਈ ਸਾਰੀ, ਸਾਡੀ ਜੀਵ ਬਣਾਏ, ਇਹਨਾਂ ਨੂੰ ਅਸੀਂ ਮਾਇਆ ਦਿੱਤੀ ਹੈ, ਇਹਨਾਂ ਨੂੰ ਪਦਾਰਥ ਦਿੱਤੇ। ਕਿਉਂ ਦਿੱਤੇ ਇਹਨਾਂ ਨੂੰ? ਇੱਕ ਮਨੁੱਖ ਨੂੰ ਬਹੁਤ ਮਾਇਆ ਦਿੱਤੀ। ਉਹ ਮਾਇਆ ਪਰਮਾਤਮਾ ਨੇ ਇਸ ਕਰ ਦਿੱਤੀ, ਸਾਡੇ ਭਗਤੀ ਕਰਨ ਵਾਲੇ, ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ, ਉਹਨਾਂ ਦੀ ਸੇਵਾ ਕਰਿਓ ਤੁਸੀਂ। ਅਸਲ ਵਿੱਚ ਇਹ ਜੋ ਬਹੁਤੀ ਮਾਇਆ ਇਹ ਤਾਂ ਗੰਢ ਮਾਰ ਕੇ ਬੈਠ ਗਿਆ। ਇਹਨੂੰ ਤਾਂ ਕਿਹਾ ਸੀ ਕਬੀਰ ਸਗਲੀ ਧਰਤੀ ਸਾਧ ਕੀ ਤਸਕਰ ਬੈਸੇ ਗਾਏ। ਇਹ ਸਾਰੀ ਪ੍ਰਿਥਵੀ, ਧਰਤੀ, ਪਦਾਰਥ, ਮਾਇਆ ਸਾਧਨਾ ਕਰਨ ਵਾਲਿਆਂ ਦੀ ਹੈ, ਬੰਦਗੀ ਕਰਨ ਵਾਲਿਆਂ ਦੀ। ਇਹ ਦਿੱਤੀ ਤਾਂ ਇਹਨਾਂ ਨੂੰ ਸੀ ਕਿ ਉਹਨਾਂ ਨੇ ਲੋਭ ਲਾਲਚ ਨਹੀਂ ਕਰਨਾ, ਤੁਸੀਂ ਉਹਨਾਂ ਦਾ ਧਿਆਨ ਰੱਖਣਾ ਹੈ, ਸੇਵਾ ਕਰਨੀ। ਇਹ ਸੱਪ ਦੀ ਤਰ੍ਹਾਂ ਛੱਪਾ ਹੀ ਮਾਰ ਕੇ ਬਹਿ ਗਏ ਉੱਤੇ। ਇਹ ਜੇ ਦਿੰਦਾ ਤਾਂ ਹਉਮੈ ਨੂੰ ਪੱਠੇ ਪਾ ਲੈਂਦਾ, ਮੈਂ ਆਹ ਕੀਤਾ, ਮੈਂ ਕੀਤਾ। ਤੈਨੂੰ ਦਿੱਤੀ ਤਾਂ ਇਹ ਤਾਂ ਸੀ ਜ਼ਿਆਦੇ ਕਿ ਤੁਸੀਂ ਗੁਰਮੁਖਾਂ ਦੀ, ਨਾਮ ਜਪਣ ਵਾਲਿਆਂ ਦੀ, ਸਿਮਰਨ ਕਰਨ ਵਾਲਿਆਂ ਦੀ, ਭਗਤੀ ਕਰਨ ਵਾਲਿਆਂ ਦੀ ਸੇਵਾ ਕਰੋ। ਤੂੰ ਤਾਂ ਇਹਨੂੰ ਆਪਣੀ ਸਮਝ ਕੇ ਬੈਠ ਗਿਆ, ਇਹ ਤੇਰੀ ਨਹੀਂ। ਤੈਨੂੰ ਤਾਂ ਦਿੱਤਾ ਸੀ ਪਦਾਰਥ ਕਿ ਤੂੰ, ਤੇਰੇ ਭਾਗ ਜਾਗ ਪੈਣ, ਕਿਉਂਕਿ ਤੇਰੇ ਕਰਮਾਂ 'ਚ ਇੰਨਾ ਸਿਮਰਨ ਨਹੀਂ, ਬੰਦਗੀ ਨਹੀਂ, ਸੇਵਾ ਨਹੀਂ। ਤੈਨੂੰ ਕਿਰਤ ਦੇ ਦਿੱਤੀ, ਤੈਨੂੰ ਇਹ ਚੀਜ਼ ਦਿੱਤੀ ਵੀ ਇਹਦੇ ਨਾਲ ਤੂੰ ਗੁਰੂ ਚਰਨਾਂ 'ਚ ਖੁਸ਼ੀਆਂ ਲੈ ਲਵੇਂਗਾ। ਤੂੰ ਰੱਬ ਦੇ ਪਿਆਰਿਆਂ ਦੀ ਸੇਵਾ ਕਰ, ਦਸਬੰਧ ਕੱਢ। ਹਾਂ, ਜਿਹੜੇ ਬੰਦਗੀ ਕਰਨ ਵਾਲੇ ਨੇ, ਗੁਰੂ ਦੀ ਬਖਸ਼ਿਸ਼ ਵਾਲੇ, ਤੈਨੂੰ ਤਾਂ ਦਿੱਤੀ ਸੀ ਮਾਇਆ। ਤੇ ਅਸੀਂ ਹੈ ਤਾਂ ਮਾਇਆ ਸਗਲੀ ਧਰਤੀ ਸਾਧ ਕੀ, ਸਾਰੀ ਮਾਇਆ ਰੱਬ ਦੇ ਪਿਆਰਿਆਂ ਦੀ, ਸਾਧੂਆਂ ਦੀ ਆ। ਤਸਕਰ ਬੈਠੇ ਗਾਏ ਤੇ ਚੋਰਾਂ ਨੇ ਇਹਨੂੰ ਜੱਫੇ ਪਾ ਕੇ ਬਹਿ ਕੇ ਨੱਪ ਕੇ ਬਹਿ ਗਏ। ਇਸ ਵਾਸਤੇ ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਬੇਨਤੀ ਮੈਂ ਕਰ ਰਿਹਾ ਸੀ, ਮੁਕਤੀ ਦੇ ਦਾਤੇ ਨੇ। ਗੱਲ ਚੱਲੀ ਸੀ ਕਿ ਅਸੀਂ ਸਤਿਕਾਰ ਭਾਲਦੇ ਹਾਂ, ਸਾਡਾ ਇੱਦਾਂ ਸਤਿਕਾਰ ਕਰੋ, ਸਨਮਾਨ ਕਰੋ। ਇਹ ਅਸੀਂ ਬੰਧਨਾਂ ਵਿੱਚ ਪਏ ਹੋਏ ਹਲੇ। ਤੂੰ ਬੰਦਗੀ ਹੋਈ ਇੰਨੀ ਕਰ, ਤੂੰ ਸਿਮਰਨ ਹੀ ਇੰਨਾ ਕਰ, ਤੈਨੂੰ ਕਹਿਣਾ ਹੀ ਨਾ ਪਵੇ। ਹਾਂਜੀ, ਬਹੁਤ ਬਖਸ਼ਿਸ਼ ਵਰਤ ਜਾਂਦੀ ਹੈ। ਫਿਰ ਮੁਕੰਦੇ ਕਹੀਏ ਕਿ ਵਾਹਿਗੁਰੂ ਜੀ ਤੁਸੀਂ ਸਭ ਨੂੰ ਮੁਕਤੀ ਦੇਣ ਵਾਲੇ ਹੋ, ਉਦਾਰੇ, ਤੁਸੀਂ ਖੁੱਲ੍ਹੇ ਦਿਲ ਵਾਲੇ ਹੋ। ਇਹ ਸ਼ਬਦ ਕਈ ਵਾਰੀ ਆਉਂਦਾ ਜਾਪ ਸਾਹਿਬ, ਪਿੱਛੇ ਵੀ ਆਇਆ, ਅੱਗੇ ਵੀ ਆਏਗਾ। ਤੁਸੀਂ ਬਹੁਤ ਖੁੱਲ੍ਹੇ ਦਿਲ, ਵਾਰ ਕਈ ਵਾਰ ਮਹਾਰਾਜ ਇੰਨੀ ਵਡਿਆਈ ਕਰਦੇ ਅਕਾਲ ਪੁਰਖ ਦੀ ਕਿ ਵੀ ਇਹ ਜੀਵਾਂ ਦਾ ਭਲਾ ਹੋ ਜਾਏ, ਸੰਸਾਰ ਦਾ ਭਲਾ। ਜੇ ਇੱਕ ਵਾਰੀ ਨਹੀਂ ਸੁਣਿਆ ਫਿਰ ਕਹਿੰਦੇ ਆ ਦੁਬਾਰੇ ਥੋੜ੍ਹੇ ਸਮੇਂ ਬਾਅਦ ਜਾਪ ਸਾਹਿਬ ਗੁਰਮੁਖੋ, ਵਾਹਿਗੁਰੂ ਪਰਮੇਸ਼ਰ ਖੁੱਲ੍ਹੇ ਦਿਲ ਵਾਲਾ ਹੈ, ਵੱਡਾ ਹੈ, ਤੁਸੀਂ ਜੁੜੋ ਉਹਦੇ ਨਾਲ, ਤੋਂ ਮੰਗੋ। ਵਾਰ ਸ਼ਬਦ ਆਇਆ, ਫਿਰ ਯਾਦ ਕਰਾ ਦਿੰਦੇ ਆ ਉਦਾਰੇ, ਉਹ ਖੁੱਲ੍ਹੇ ਦਿਲ ਵਾਲਾ ਹੈ ਭਾਈ, ਉੱਥੋਂ ਬਹੁਤ ਕੁਛ ਮਿਲ ਜਾਂਦਾ। ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ, ਬਖਸ਼ਿਸ਼ ਹੋ ਜਾਂਦੀ, ਰਹਿਮਤ ਹੋ ਜਾਂਦੀ ਹੈ। ਉਹ ਤਾਂ ਇੰਨਾ ਹੀ ਦੇ ਦਿੰਦਾ, ਇੰਨਾ ਦੇ ਦਿੰਦਾ, ਇੰਨਾ ਜਿਹਦਾ ਅੰਤ ਹੀ ਕੋਈ ਨਹੀਂ। ਦਿੱਲੀ ਦਾ ਜ਼ਿਕਰ ਹੈ, ਪਰੇ ਬਹਾਦਰਗੜ੍ਹ ਦਾ। ਉੱਥੇ ਇੱਕ ਪਰਿਵਾਰ ਸਾਡੇ ਨਾਲ ਉਹ ਮੇਲ ਰਿਹਾ ਬਹੁਤ ਸਮਾਂ ਉਹਨਾਂ ਦਾ। ਉਹ ਸਾਨੂੰ ਬੁਲਾਉਂਦੇ ਹੁੰਦੇ ਸਾਲ ਬਾਅਦ, ਔਰ ਬੜਾ ਮਾਇਆ ਉਹਨਾਂ ਨੂੰ ਪਰਮੇਸ਼ਰ ਨੇ ਦਿੱਤੀ ਸੀ। ਸਾਨੂੰ ਵੀ ਸੇਵਾ ਬਹੁਤ ਮਾਤਰਾ ਵਿੱਚ ਕਈ ਵਾਰੀ ਕਰ ਦਿੰਦੇ ਸਨ, ਪਰ ਅਸੀਂ ਇੰਨੇ ਮਨਾ ਕਰ ਦਿੰਦੇ ਹਾਂ, ਨਹੀਂ ਇਸ ਪਾਸੇ ਵੱਲ ਉਹਦਾ ਬਹੁਤਾ ਧਿਆਨ। ਅਤੇ ਉਹਨਾਂ ਜਿਸ ਸਥਾਨ 'ਤੇ ਅਸੀਂ ਪਾਠ ਕਰਦੇ ਹੁੰਦੇ ਸਾਲ ਬਾਅਦ, ਹਫ਼ਤਾ ਦੀਵਾਨ ਲਾਉਂਦੇ, ਕਥਾ ਕਰਨੀ ਪੂਰਾ ਹਫ਼ਤਾ, ਉਹਨਾਂ ਨੇ ਬਚਨ ਸੁਣਾਇਆ। ਕਹਿਣ ਲੱਗੇ ਬਾਬਾ ਜੀ ਸਾਡੇ ਤੇ ਗਰੀਬੀ ਬਹੁਤ ਸੀ, ਇੱਥੋਂ ਤੱਕ ਕਿ ਆਪਣਾ ਮਕਾਨ ਤਾਂ ਛੱਡੋ, ਸਾਨੂੰ ਕਿਰਾਏ ਤੇ ਨਹੀਂ ਸੀ ਮਕਾਨ ਦਿੰਦਾ ਕੋਈ, ਕਿ ਇਹਨਾਂ ਨੇ ਉੱਠਣਾ ਨਹੀਂ ਹੈ। ਫਿਰ
ਸਾਡੇ ਰਿਸ਼ਤੇਦਾਰ ਵੀ ਇੱਥੇ ਹੀ ਸੀ ਬਹਾਦਰਗੜ੍ਹ 'ਚ ਹੀ, ਕਹਿੰਦੇ ਸਾਨੂੰ ਦਾਲ ਮੰਗਣ ਜਾਣਾ, ਨਾ ਦਾਲ ਸਬਜ਼ੀ ਹੋਣੀ, ਉਹਨਾਂ ਨੇ ਵੀ ਜਵਾਬ ਦੇ ਦੇਣਾ। ਇੰਨੀ ਬੁਰੀ ਹਾਲਤ ਸੀ ਸਾਡੀ। ਮੈਂ ਕਿਹਾ ਵੀ ਆਹ ਹੁਣ ਕਿਰਪਾ ਵਰਤੀ ਇੰਨੀ। ਕਹਿੰਦੇ ਹਾਂ ਅਸੀਂ ਮਕਾਨ ਸੀ ਲੈ ਲਿਆ ਸੀ ਅਸੀਂ, ਤੇ ਕੀ ਹੋਇਆ ਕਿ ਸਾਡੇ ਪਿਤਾ ਜੀ ਹਰਿਆਣਾ ਰੋਡ ਵਿੱਚ ਜੋਬ ਕਰਦੇ ਸੀ। ਕਹਿੰਦੇ ਅਸੀਂ ਘਰੇ ਬੈਠੇ ਇੱਕ ਦਿਨ ਗੁਜ਼ਾਰਾ ਸਾਡਾ ਮਸਾਂ ਹੀ ਚੱਲਦਾ ਸੀ। ਕੋਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਲੈ ਕੇ ਲੰਘ ਰਿਹਾ ਸੀ ਆਪਣੇ ਘਰ ਵੱਲ, ਜਾਂ ਘਰ ਤੋਂ ਗੁਰੂ ਘਰ ਜਦੋਂ ਅਸੀਂ ਕਈ ਵਾਰੀ ਪਾਠ ਕਰਾਉਂਦੇ, ਮਹਾਰਾਜ ਨੂੰ ਵਿਦਿਆ ਕਰਕੇ ਆਉਂਦੇ, ਮੀਂਹ ਹਨੇਰੀ ਜ਼ਿਆਦੇ ਆ ਗਈ, ਬਹੁਤ ਜ਼ਿਆਦੇ ਝੱਖੜ ਆ ਗਿਆ, ਮਿੱਟੀ ਉੱਡੇ, ਬੁਰਾ ਹਾਲ। ਉਦੋਂ ਨੂੰ ਕਹਿੰਦੇ ਉਹ ਸਾਡੇ ਘਰ ਦੇ ਸਾਹਮਣੇ ਗੁਰੂ ਸਾਹਿਬ ਲੈ ਕੇ ਆ ਗਏ ਦਰਵਾਜ਼ੇ 'ਚ। ਇਹ ਅਸੀਂ ਉੱਦਾਂ ਅੰਮ੍ਰਿਤਧਾਰੀ ਸਾਰੇ, ਸਾਡੇ ਪਿਤਾ ਜੀ ਸਰਦਾਰ ਪ੍ਰੀਤਮ ਸਿੰਘ ਨਾਂ ਸੀ ਉਹਨਾਂ ਦਾ। ਹੁਣ ਉਹ ਚੜ੍ਹਾਈ ਕਰਕੇ ਥੋੜ੍ਹਾ ਮੇਰੇ ਨਾਲ ਬੜਾ ਪਿਆਰ ਕਰਦੇ ਸਨ ਉਹ ਸਰਦਾਰ ਪ੍ਰੀਤਮ ਸਿੰਘ ਹੋਣੀ। ਤੇ ਕਹਿੰਦੇ ਉਹਨਾਂ ਨੇ ਸੋਚਿਆ ਗੁਰੂ ਸਾਹਿਬ ਲੈ ਕੇ ਜਾ ਰਹੇ ਵੀ ਇਹ ਗੁਰਸਿੱਖ ਪਰਿਵਾਰ ਹੈ, ਅੰਮ੍ਰਿਤਧਾਰੀ, ਆਪਾਂ ਗੁਰੂ ਸਾਹਿਬ ਤੇ ਮਿੱਟੀ ਕਿੰਨੀ ਪੈਂਦੀ, ਹਵਾ ਰਮਾਲੇ ਉੱਡਦੇ, ਔਖਾ ਵੀ ਆਪਾਂ 10 ਮਿੰਟ ਇੱਥੇ ਇਹਨਾਂ ਦੇ ਘਰ ਖੜ ਜਾਂਦੇ, ਰੁਕ ਜਾਂਦੇ। ਉਹਨਾਂ ਨੇ ਸੁਣਾਈ ਗੱਲ ਕਿ ਉਹਨਾਂ ਨੇ ਦਰਵਾਜ਼ਾ ਖੜਕਾਇਆ ਤੇ ਕਹਿੰਦੇ ਸਾਡੇ ਫਾਦਰ ਸਾਹਿਬ ਨੇ ਦਰਵਾਜ਼ਾ ਖੋਲ੍ਹਿਆ। ਉਹ ਨਕਸ਼ਾ ਕਿਹੋ ਜਿਹਾ ਬਣਿਆ, ਜਦੋਂ ਦਰਵਾਜ਼ਾ ਲੱਗਾ, ਦਰਵਾਜ਼ਾ ਉਹਨਾਂ ਨੇ ਖੋਲ੍ਹਿਆ, ਛੋਟਾ ਜਿਹਾ ਦਰਵਾਜ਼ਾ ਸੀ, ਲੋਹੇ ਤੇ ਲੱਗਿਆ ਗੇਟ ਜਿਹਾ, ਛੋਟਾ ਜਿਹਾ, ਐਵੇਂ ਜਿੱਦਾਂ ਮੋਟਰਸਾਈਕਲ ਜਾਂ ਹੋਰ ਲੰਘਣ ਨੂੰ, ਇੱਦਾਂ 3 ਫੁੱਟ ਹੋਊਗਾ, 4। ਕਹਿੰਦੇ ਜਦੋਂ ਖੋਲ੍ਹਿਆ ਸੀਨ ਇਹੋ ਜਿਹਾ ਬਣਿਆ, ਬਸ ਦਰਵਾਜ਼ਾ ਖੋਲ੍ਹਣ ਸਾਰ ਪਿਤਾ ਜੀ ਦੇ ਮਨ 'ਚ ਕੋਈ ਮਨੁੱਖ ਖੜਾ ਹੋਏਗਾ ਸਾਹਮਣੇ, ਕੋਈ ਕੰਮ ਹੋਏਗਾ ਉਹਨੂੰ। ਦਰਵਾਜ਼ਾ ਤਾਂ ਹੀ ਖੜਕਾਇਆ, ਗੁਰਮੁਖ ਭਾਵਨਾ ਬਣਾਇਓ ਤੇ ਆਪਣੇ ਅੰਦਰ ਨਕਸ਼ਾ ਬਣਾਇਓ। ਜਦੋਂ ਪ੍ਰੀਤਮ ਸਿੰਘ ਕਹਿੰਦੇ ਉਹ ਬੈਰਾਗ ਵਿੱਚ ਆ ਜਾਂਦੇ ਸੀ ਬਹੁਤ, ਜੋ ਦੱਸਿਆ ਕਰਦੇ ਸਨ। ਹੁਣ ਤਾਂ ਚੜ੍ਹਾਈ ਕਰ ਗਏ। ਮੈਨੂੰ ਕਹਿਣ ਲੱਗੇ ਬਾਬਾ ਜੀ ਜਦੋਂ ਦਰਵਾਜ਼ਾ ਖੋਲ੍ਹਿਆ ਮੇਰੇ ਮਨ ਵਿੱਚ ਨਕਸ਼ਾ ਬਣਿਆ ਸੀ ਕਿ ਕੋਈ ਮਨੁੱਖ ਹੋਏਗਾ, ਬੰਦਾ ਹੋਏਗਾ, ਮੈਂ ਉਹਦੇ ਨਾਲ ਗੱਲ ਕਰ ਲਵਾਂਗਾ, ਖੋਲ੍ਹਦਾ ਪੁੱਛਦਾ ਕੀ ਗੱਲ ਹੈ। ਪਰ ਮੈਨੂੰ ਇਹ ਪਤਾ ਨਹੀਂ ਸੀ ਕਿ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਖੜੇ ਨੇ ਸਾਹਮਣੇ। ਆਖੋ ਸ੍ਰੀ ਵਾਹਿਗੁਰੂ। ਰਮਾਲਾ ਉੱਪਰ ਦਿੱਤਾ ਹੋਇਆ, ਮੰਜੀ ਸਾਹਿਬ ਤੇ ਦਰਸ਼ਨੀ ਪੀੜਾ ਸਜਿਆ ਹੋਇਆ ਹੈ। ਮੇਰੇ ਮਨ 'ਚ ਇਹ ਗੱਲ ਸੀ ਕਿ ਮੈਂ ਪੁੱਛਾਂਗਾ, ਕੋਈ ਮਨੁੱਖ ਬਾਹਰ ਖੜਾ ਹੋਵੇਗਾ ਕਿ ਕੀ ਕੰਮ ਹੈ, ਕੀ ਕਾਰਜ ਵਾਸਤੇ ਆਇਆ। ਵਾਹਿਗੁਰੂ ਵਾਹਿਗੁਰੂ। ਕਹਿੰਦੇ ਸਾਹਮਣੇ ਅੱਜ ਮੈਨੂੰ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਪ੍ਰੀਤਮ ਸਿੰਘ ਕੀ ਹਾਲ ਹੈ ਤੇਰਾ। ਆਖੋ ਸ੍ਰੀ ਵਾਹਿਗੁਰੂ। ਕਹਿੰਦੇ ਮੈਂ ਲੰਮਾ ਪੈ ਗਿਆ ਜਦੋਂ ਐਸਾ ਸੀਨ ਬਣਿਆ, ਅੰਦਰ ਬਰਾਗ ਫੁੱਟ ਫੁੱਟ ਪੈ ਗਿਆ। ਬਹਾਦਰਗੜ੍ਹ ਦਾ ਜ਼ਿਕਰ ਹੈ, ਤੁਸੀਂ ਪੁੱਛ ਸਕਦੇ ਹੋ ਕਿਤੇ, ਉੱਥੇ ਜਾ ਕੇ ਬੀਬੀ ਦਿੱਲੀ ਤੋਂ ਵੀ ਹੈ। ਉੱਥੇ ਅੱਜ 4 ਸਾਹਿਬਜ਼ਾਦੇ ਗੁਰਦੁਆਰਾ ਬਣਿਆ ਹੋਇਆ ਹੈ, ਬਹਾਦਰਗੜ੍ਹ ਬੱਸ ਸਟੈਂਡ ਦੇ ਬਿਲਕੁਲ ਨਾਲ ਹੈ। ਤੁਸੀਂ ਪੁੱਛ ਸਕਦੇ ਜਾ ਕੇ ਉੱਥੇ ਘਟਨਾ ਵੀ ਹੋਈ ਹੈ ਕਿ ਨਹੀਂ ਹੋਈ। ਕੋਈ ਅਸੀਂ ਸੰਗਤ ਨੂੰ ਇਮੋਸ਼ਨਲ ਕਰਨ ਵਾਸਤੇ ਐਸੀਆਂ ਕਥਾ ਵਿੱਚ ਐਸੇ ਬਚਨ ਸ਼ਾਮਲ ਨਹੀਂ ਕਰਦੇ। ਤੁਸੀਂ ਪੁੱਛ ਸਕਦੇ ਹੋ ਗੁਰਮੁਖੋ ਜਾ ਕੇ ਵੀ ਇਹ ਜੋ ਬਾਬਾ ਜੀ ਨੇ ਸੁਣਾਈ ਇਹ ਅਸਲ ਵਿੱਚ ਹੋਈ ਕਿ ਨਹੀਂ ਹੋਈ। ਉੱਥੇ ਅੱਜ ਉਸ ਘਰ ਵਿੱਚ, ਜਿਸ ਘਰ ਦੇ ਸਾਹਮਣੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਪ੍ਰੀਤਮ ਸਿੰਘ ਨੂੰ ਦਰਸ਼ਨ ਦਿੱਤੇ ਸਨ, ਉੱਥੇ ਅੱਜ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਬਣਿਆ। 4 ਸਾਹਿਬਜ਼ਾਦੇ ਨਾਮ ਰੱਖਿਆ ਉਸ ਗੁਰਦੁਆਰੇ ਦਾ। ਵਾਹਿਗੁਰੂ 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 ਵਾਹਿਗੁਰੂ। ਮੈਨੂੰ ਵੀ ਕਈ ਵਾਰੀ ਬਚਨ ਸੁਣਾਉਂਦਿਆਂ ਸੰਗਤ ਨਾਲ ਵਿਰਾਗ ਆ ਜਾਂਦਾ ਕਿ ਪਾਤਸ਼ਾਹ ਤੂੰ ਕਿਹੜੇ ਰੰਗਾਂ ਵਿੱਚ ਆ ਕੇ ਕਿਰਪਾ ਕਰ, ਤੂੰ ਕਿੰਨੇ ਖੁੱਲੇ ਦਿਲ ਵਾਲਾ ਹੈ ਮਹਾਰਾਜ, ਕਿਵੇਂ ਬਖਸ਼ਿਸ਼ਾਂ ਕਰਦਾ। ਕਹਿੰਦੇ ਮੈਂ ਲੰਮਾ ਪੈ ਕੇ ਮੱਥਾ ਟੇਕਿਆ ਤੇ ਉਹ ਕਹਿਣ ਲੱਗੇ ਕਿ ਗੁਰੂ ਸਾਹਿਬ ਨੂੰ ਅੰਦਰ ਥੋੜ੍ਹਾ ਸਮਾਂ ਰੁਕਣਾ ਹੈ ਤੇ ਮੌਸਮ ਖਰਾਬ ਹੈ, ਵੈਦਰ ਖਰਾਬ ਹੋਇਆ। ਕਹਿੰਦੇ ਆਓ, ਅੰਦਰ ਗਏ, ਘਰ ਵਾਲੀ ਨੂੰ ਆਵਾਜ਼ ਮਾਰੀ, ਉਹ ਬੀਬੀ ਵੀ ਚੜ੍ਹਾਈ ਕਰ ਗਈ। ਹੁਣ ਸ਼ਾਇਦ ਉਹਨਾਂ ਦਾ ਨਾਮ ਮੈਨੂੰ ਹੁਣ ਵਿਸਰ ਗਿਆ। ਮੇਰਾ ਤਾਂ ਬਹੁਤ ਪ੍ਰੇਮ ਰਿਹਾ ਉਹਨਾਂ ਨੇ ਉਸ ਪਰਿਵਾਰ ਨਾਲ। ਦਾਸਰੇ ਨੂੰ ਗੱਡੀ ਵੀ ਉਸ ਪਰਿਵਾਰ ਨੇ ਆਉਣ ਜਾਣ ਵਾਸਤੇ ਬਖਸ਼ੀ ਹੈ। ਬਹੁਤ ਪ੍ਰੇਮ ਕੀਤਾ ਉਸ ਪਰਿਵਾਰ ਨੇ ਮੇਰੇ ਨਾਲ। ਉਸ ਪਰਿਵਾਰ ਦਾ ਮੈਂ ਦੇਣ ਨਹੀਂ ਦੇ ਸਕਦਾ
क्योंकि गुरु साहब खुले दिल वाले ने। उस परिवार के घरे चरण पा के परिवार नूं भी बड़े खुले दिल वाला बना दिता महाराज ने। मैं अर्थ कर रहा उदारे शब्द का, उदारे शब्द का। और कहते मैं घरवाली नूं आवाज मारी ते जाके कि गुरु साहब आए जल्दी कर, पेटी विचों नवीं चादर कड्ढी, उदां ही बैड ते सानू ये सोच ही नहीं रही कि बैड सुच्चा नहीं, आ सुच्चा नहीं। असीं नवीं चादर कढ़ के विछा के सतगुरां नूं उहदे उत्ते सुभाईमान करके ते कहंदे मैनूं उन्हां ने चौर साहिब फड़ा दिता। प्रेम नाल चौर साहिब करदा, नाले मेरियां अखां चों पानी जा रहा, बराग जा रहा। पातशाह असीं तां एडी किरिया करन जोगे ही नहीं, साडे कोल समर्था नहीं सी कि तुहाडा प्रकाश गृह विखे लिया के असीं इदां करवा लैंदे। सानूं तां इन्नी फुरसत नहीं, सानू तां मंगी हुई दाल नहीं कोई दिंदा छकण वास्ते। सानू तां प्रसाद तुसीं किवें साडे ते रहमतां कीतियां, किवें बख्शिशां कीतियां। कहंदे करदियां सेवा करदियां गुरमुखो की होया है। कहंदे अरदास मेरे अंदरों पैदा हुई एक ते बेनती कीती सच्चे पातशाह हुण जे तुसीं आ ही गए हो गरीबां दे, किरपा करियो हुण जायो ना वापस, आखो श्री वाहिगुरू। जे आ ही गए हो जायो ना। जे सिख बेनती करे, सालसराय जौहरी ने कीती सी बेनती जिथे अज तख्त श्री पटना साहिब है। गुरमुखो पातशाह जी जान लगे सन, सवा क महीना रुक के धन गुरु नानक साहिब चरण फड़ ले, तुरन लगियां दे महाराज रुक गए। थोड़े दिनों बाद फिर चलन लगे, फिर सालसराय जौहरी ने चरण फड़ ले। तीजी वारी हर चले नहीं ते क्या हुण सालसराय जाना है, हुण रुकावट ना बनी, असीं बहुत दुनिया नूं अजे तारना है। ये बचन कीता जब सालसराय जौहरी ने ये बचन कीता, बेनती कीती गरीब नूं जे जाना है ते दस के जाओ दुबारे कदों आओगे। सिख दा प्यार। पातशाह खुश होए, कहंदे वाह जी वाह। कहंदे फिर सालसराय जौहरी जदों मैं आवांगा ना दुबारे, फिर जावांगा नहीं, हमेशा वास्ते तेरे इस घर विच महल विच रहांगा। ते आउण दा समां इह है भी जदों 10वां मेरा अवतार होएगा, 10वां जामा होएगा, तेरे घरे मैं संसार ते आवांगा। आखो श्री वाहिगुरू। तेरे घर होवेगा ते मेरा प्रकाश होवेगा। फिर ताने धन गुरु तेग बहादुर महाराज अपने महिला नूं जदों ढाके बंगाले नूं अगे गए हन सिखां ते किरपा करन वास्ते, परिवार नूं माता नानकी जी नूं, माता गुजर कौर जी नूं, मामा किरपाल चंद आदि सारे परिवार नूं सतगुरु नाल लै गए उस स्थान ते जिथे तख्त श्री पटना साहिब है। ये सालसराय जौहरी दी कोठी सी, इत्थे छड्ड के महाराज अगे चले गए। फिर वो कीता होया सालसराय जौहरी नाल बचन धन गुरु नानक साहिब जीआं दा वो पूरा होया। फिर तहीं प्रकाश हमारा भयो पटना शहर विखै भव लयो। सो मैं बेनती संगत दे चरणां च कर रहा सी, बड़ा खुले दिल वाला है। ये प्रीतम सिंह ने बेनती की सतगुरु जे आ ही गए हो हुण जाओ ना। चलो इदां बेसवावां होईयां, अंदरों बिरहों दा विछोड़ा पैदा हो गया। मौसम ठीक होया, अरदासा करके उस सिंह लैके चले गए सतगुर सरूप। कई दिन उदास रहने लगे प्रीतम सिंह हुणी। परिवार कहन लगा असीं, लड़कियां ने भी वचन सुनाए, कहन लगा भी पिता जी तुसीं बड़े उदास रहिंदे हो, की गल? कहंदे मेरी उदासी दा एक बहुत बड़ा कारण है पुत्रो, तुसीं ना पुछो मेथों, मैनूं इदां ही हुण जीवन मेरा बतीत हो लैण, अखां विच पानी रिहा करे। नहीं पिता जी आपां फैमिली आ, परिवार आपां, कोई मसले दा हल हो सकदा। कहंदे जी हल तां फिर इह आ, हल तुहातों बच्चे होना नहीं, अपने कोले कोई कुछ नहीं। ये हल तां फिर इदां मैं बेनती कीती सतगुरु तुसीं जाओ ना, जे आए हो तां हुण तुसीं देखो भी घर विच रहना है कि मेरा इस विराग दा हल करना है। मेरा मन तां इह है भी हुण मैं अरदास कीती है, आपां घर इह पातशाह जी नूं दे दईए, आपां किते होर रहना कर लईए। कहण लगे बच्चे, कहंदे पिता जी कोई गल नहीं, जे तुसीं इह अरदास कीती है महाराज मेहर करन, तुसीं सतगुरु जी नूं दे दिओ, असीं आपे देखी जाऊ। जिद्दां खबरां
ਉਹ ਕਹਿਣ ਲੱਗੇ ਖਬਰਾ ਸਰਦਾਰ ਗੁਰਲਾਲ ਸਿੰਘ ਨੇ ਬਚਨ ਸੁਣਾਇਆ, ਉਹਨਾਂ ਦੇ ਪੁੱਤਰ ਵੱਡੇ ਸਪੁੱਤਰ ਕਹਿਣ ਲੱਗੇ ਪਿਤਾ ਜੀ ਖਬਰਾ ਆ ਛੋਟਾ ਜਿਹਾ ਘਰ ਹੈ ਆਪਣਾ, ਮਹਾਰਾਜ ਇਹ ਲੈ ਕੇ ਆਪਾਂ ਨੂੰ ਵੱਡਾ ਘਰ ਦੇ ਦੇਣਗੇ। ਕਿਰਪਾ ਨਹੀਂ, ਕੋਈ ਨਾ, ਕੋਈ ਕਿਰਾਏ ਤੇ ਦੇਖ ਲਵਾਂਗੇ। ਕਹਿੰਦੇ ਫਿਰ ਅਸੀਂ ਮਹੱਲੇ ਦੀਆਂ ਸੰਗਤਾਂ ਨੂੰ ਬੁਲਾਇਆ, ਚੰਗੇ ਗੁਰਮੁਖਾਂ ਨੂੰ, ਦਾਨਿਆਂ ਨੂੰ, ਇਹ ਆਹ ਕਾਰਜ ਆ। ਉਹ ਕਹਿੰਦੇ ਇਹ ਕਿਵੇਂ ਹੋ ਜੂ, ਇੰਨੇ ਗੁਰਦੁਆਰੇ ਥਾਂ ਥਾਂ ਬਣ ਕੇ, ਇਹ ਤਾਂ ਕੱਲ੍ਹ ਨੂੰ ਹਰੇਕ ਹੀ ਕਹਿ ਦੂ। ਉਹਨਾਂ ਨੇ ਬੜਾ ਵਿਘਨ ਪਾਇਆ, 3-4 ਮੀਟਿੰਗਾਂ ਹੋਈਆਂ, ਵਿੱਚ ਬਹੁਤ ਰਿਕਾਲ ਪਾਉਣ ਵਾਲੇ ਵੀ ਹੁੰਦੇ ਨੇ, ਕਲਯੁਗ ਵੀ ਆਪਣਾ ਜ਼ੋਰ ਲਾਉਂਦਾ। ਅਖੀਰ ਨੂੰ ਹੌਲੀ ਹੌਲੀ 2-3 ਬੰਦੇ ਸਹਿਮਤ ਹੋਏ, ਫਿਰ ਅਸੀਂ ਉਹ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਲਿਆ ਕੇ ਉੱਪਰ ਪ੍ਰਕਾਸ਼ ਕਰ ਦਿੱਤਾ ਤੇ ਅਸੀਂ ਫਿਰ ਦਿੱਲੀ ਆ ਗਏ, ਪੰਜਾਬੀ ਬਾਗ ਵਿੱਚ। ਕੁਝ ਸਮਾਂ ਉੱਥੇ ਬਹਾਦਰਗੜ੍ਹ ਵੀ ਰਹੇ, ਬਾਅਦ ਵਿੱਚ ਇੱਥੇ ਆ ਗਏ। ਤੇ ਗੁਰਮੁਖੋ ਹੁਣ ਇੰਨੀ ਕਿਰਪਾ ਹੋਈ ਉਸ ਪਰਿਵਾਰ ਤੇ, ਬਖਸ਼ਿਸ਼ ਹੋਈ। ਉਦਾਸ ਨੂੰ ਗੱਡੀ ਵੀ ਉਹਨਾਂ ਨੇ ਸੇਵਾ ਕੀਤੀ ਸੀ, ਇੰਨੀ ਉੱਥੇ ਹੁਣ ਪਰਿਵਾਰ ਤੇ ਕਿਰਪਾ ਵਰਤੀ ਹੈ। ਮੈਂ ਉੱਥੇ ਇੱਕ ਦਿਨ ਰਾਤ ਰਿਹਾ ਪੰਜਾਬੀ ਬਾਗ, ਮੈਂ ਦੇਖਿਆ ਤੁਸੀਂ ਉਸ ਘਰ ਵਿੱਚ 17-18 ਤਾਂ AC ਲੱਗੇ ਹੋਏ ਨੇ। ਦੇਖੋ ਕਿੱਡਾ ਮਹਿਲ ਹੋਏਗਾ, ਕਿੱਡੀ ਬਹੁਤ ਵੱਡੀ ਕੋਠੀ ਪਾਈ ਹੋਈ ਉਹਨਾਂ ਗੁਰਮੁਖਾਂ ਨੇ। ਗੁਰੂ ਸਾਹਿਬ ਉਹ ਹੁਣ ਕਹਿੰਦੇ ਹੁੰਦੇ, ਕਹਿੰਦੇ ਸਾਥੋਂ ਐਵੇਂ ਛੋਟਾ ਜਿਹਾ ਘਰ ਮਹਾਰਾਜ ਨੇ ਲੈ ਲਿਆ, ਲੈ ਕੇ ਸਾਨੂੰ ਬਹੁਤ ਵੱਡੀਆਂ ਦਾਤਾਂ, ਰਹਿਮਤਾਂ, ਬਖਸ਼ਿਸ਼ਾਂ ਸਾਡੇ ਤੇ ਕਰਤੀਆਂ। ਹੁਣ ਇਸ ਸਮੇਂ ਉਸ ਪਰਿਵਾਰ ਕੋਲੇ, ਫੈਮਿਲੀ ਕੋਲੇ ਵੀ ਪਤਾ ਨਹੀਂ ਪੈਸਾ ਕਿੰਨਾ ਕੁ, ਮਾਇਆ ਪਦਾਰਥ ਕਿੰਨੀ ਕੁ। ਸੋ ਕਹਿਣ ਦਾ ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਕਿਰਪਾ ਕਰਨ। ਉਹ ਉਦਾਰੇ ਹੁੰਦਾ, ਖੁੱਲ੍ਹੇ ਦਿਲ ਵਾਲਾ। ਉਹ ਤਾਂ ਸਾਥੋਂ ਤਾਂ ਉਹਦੇ ਨਾਲ ਜੁੜਿਆ ਹੀ ਨਹੀਂ ਜਾਂਦਾ ਭਾਈ। ਉਹ ਤਾਂ ਆਪ ਬਖਸ਼ਿਸ਼ਾਂ ਬਹੁਤ ਸਾਡੇ ਤੇ ਕਿਰਪਾ ਕਰਦੇ ਨੇ, ਰਹਿਮਤ ਕਰਦੇ ਨੇ। ਮੇਰੇ ਕਹਿਣ ਦਾ ਭਾਵ ਇਹ ਚੀਜ਼ਾਂ ਮੂਹਰੇ ਆ ਜਾਂਦੀਆਂ। ਉਦਾਰੇ ਸ਼ਬਦ ਦਾ ਭਾਰਤ ਦੀ ਸਾਂਝ ਪਾ ਰਹੇ ਸੀ, ਇਸ ਕਰਕੇ ਅਸੀਂ ਥੋੜ੍ਹਾ ਜਿਹਾ ਦਿਲ ਖੁੱਲ੍ਹਾ ਕਰੀਏ, ਅਸੀਂ ਉਹਦੇ ਤੇ ਡੋਰੀਆਂ ਛੱਡ ਕੇ ਬੇਨਤੀ ਕਰੀਏ, ਬੰਦਗੀ ਜ਼ਿਆਦਾ ਕਰੀਏ, ਸਿਮਰਨ ਜ਼ਿਆਦਾ ਕਰੀਏ। ਗੁਰੂ ਪਾਤਸ਼ਾਹ ਫਿਰ ਸਾਡੇ ਤੇ ਕਿਰਪਾ ਕਰਨਗੇ ਅਪਾਰੇ। ਉਹ ਫਿਰ ਖੁੱਲ੍ਹੇ ਦਿਲ ਵਾਲਾ ਵੀ ਹੈ ਤੇ ਬੇਅੰਤ ਵੀ ਹੈ। ਦਾਤਾਂ ਫਿਰ ਇੰਨੀਆਂ ਦੇ ਦਿੰਦਾ ਉਹ, ਫਿਰ ਮਨੁੱਖ ਤੋਂ ਜਿਹੜੀਆਂ ਦਾਤਾਂ ਸੰਭਾਲੀਆਂ ਨਹੀਂ ਜਾਂਦੀਆਂ। ਹਰੀਅੰ, ਉਹ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ। ਹਰੀਅੰ ਦਾ ਅਰਥ ਇੱਕ ਹੁੰਦਾ ਨਾਸ਼ ਕਰਨਾ, ਹਰ ਲੈਣਾ, ਖਤਮ ਕਰ ਦੇਣਾ। ਉਹ ਨਾਸ਼ ਕਰਨ ਵਾਲਾ ਵੀ ਹੈ ਅਤੇ ਹਰੇ ਭਰੇ ਕਰਨ ਵਾਲਾ ਵੀ ਹੈ। ਕਰੀਅੰ, ਉਹ ਰਚਨਹਾਰ ਹੈ, ਸਭ ਕੁਛ ਕਰਨ ਵਾਲਾ। ਨਿਰਨਾਮੇ, ਉਹ ਨਾਮ ਤੋਂ ਰਹਿਤ ਹੈ। ਅਕਾਮੇ, ਉਹ ਕਾਮਨਾ ਤੋਂ ਵੀ ਰਹਿਤ ਹੈ। ਹਰੀਅੰ ਨਾਸ਼ ਕਰਨ ਵਾਲਾ ਔਰ ਹਰੇ ਭਰੇ ਕਰਨ ਵਾਲਾ। ਕਰੀਅੰ ਸਭ ਕੁਛ ਰਚਨਹਾਰ ਹੈ, ਸਾਰਾ ਕੁਛ ਜਿੰਨਾ ਸੰਸਾਰ ਤੇ ਦੇਖਦੇ ਹਾਂ, ਬਨਸਪਤੀ ਹੈ, ਦਰਖਤ ਹੈ, ਜੰਗਲ ਹੈ, ਚਸ਼ਮੇ ਹੈ, ਸਮੁੰਦਰ ਹੈ, ਚੰਦਰਮਾ ਹੈ, ਸੂਰਜ ਹੈ, ਤਾਰੇ ਹੈ, ਮੰਡਲ ਹੈ, ਆਕਾਸ਼ ਹੈ, ਧਰਤੀ, ਸਾਰਾ ਕੁਝ ਦੇ 84 ਲੱਖ ਜੂਨ ਹੈ, ਸਾਰੀ ਉਹਦੀ ਤਾਂ ਕੀਤੀ ਹੋਈ ਹੈ। ਐਡਾ ਵੱਡਾ ਕਰੀਅੰ। ਨਿਰਨਾਮੇ, ਉਹ ਨਾਮ ਤੋਂ ਰਹਿਤ ਹੈ। ਔਰ ਕਾਮੇ, ਕਾਮਨਾ ਤੋਂ, ਉਹਨੂੰ ਕਾਮਨਾ ਕੋਈ ਨਹੀਂ। ਉਹ ਸਾਡੇ ਤੇ ਕਿਰਪਾ ਇੰਨੀ ਕਰ ਦਿੰਦਾ, ਉਹਨੂੰ ਕਾਮਨਾ ਥੋੜ੍ਹਾ। ਅਸੀਂ ਤਾਂ ਜੇ ਸਤਿ ਸ੍ਰੀ ਅਕਾਲ ਵੀ ਕਿਸੇ ਨੂੰ ਬੁਲਾਉਂਦੇ, ਉਹਦੇ ਪਿੱਛੇ ਕੋਈ ਕਾਮਨਾ ਸਾਡੀ, ਚੱਲੇ ਵੱਡਾ ਬੰਦਾ ਇਹਦੇ ਨਾਲ ਮਾੜਾ ਮੋਟਾ ਰੱਖੀਏ ਸਾਂਝ ਸਤਿ ਸ੍ਰੀ ਅਕਾਲ ਦੀ, ਕਿਤੇ ਕੋਈ ਕਿਰਪਾ ਹੋਊ ਕੰਮ ਹੀ ਦੇਊਗਾ। ਜਾਂ ਲੋਕ ਕਹਿਣਗੇ ਫਲਾਣੇ ਬੰਦੇ ਨਾਲ ਵੀ ਇਹਦੀ ਬਹਿਣੀ ਉੱਠਣੀ ਹੈ, ਮਿੱਤਰਤਾ, ਪਿੱਛੇ ਕਾਮਨਾ ਹੈ। ਪਰ ਸਤਿਗੁਰੂ ਜੀ ਕਾਮਨਾ ਤੋਂ ਰਹਿਤ ਹਨ। ਸੋ ਅੱਜ ਇੰਨੀ ਹੀ ਕਥਾ ਹੋ ਸਕੀ ਹੈ। ਮੈਂ ਤਾਂ ਕਿਹਾ ਸੀ ਛੰਦ ਛੋਟਾ, ਅਗਲੇ ਛੰਦ ਦੀ ਵੀ ਵਿਚਾਰ ਕਰਾਂਗੇ, ਪਰ ਸਮਾਂ ਬਹੁਤ ਹੋ ਗਿਆ। ਸਤਿਗੁਰੂ ਜੀ ਕਿਰਪਾ ਕਰਨ। ਇਸ ਇਹਨੂੰ ਇਹ ਜੋ ਮੰਤਰ ਹੈ, ਇਹ ਮਹਾਰਾਜ ਨੇ ਬਖਸ਼ਿਆ ਸਾਨੂੰ, ਚਾਤਰੀ ਸੰਤੁਰ ਪ੍ਰਸਾਦ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀਅੰ ਕਰੀਅੰ ਨਿਰਨਾਮੇ ਅਕਾਮੇ। ਇਹਦਾ ਜਾਪ ਕਰਨ ਦਾ ਬਹੁਤ ਵੱਡਾ ਮਹਾਤਮ ਹੈ। ਸੋ ਸੰਗਤਾਂ ਜੋ ਸਮਝਦੀਆਂ ਹੋਣ, ਥੋੜ੍ਹਾ ਬਹੁਤਾ ਇਸ ਦਾ ਜਾਪ ਥੋੜ੍ਹਾ ਹੀ ਹੈ, ਸ਼ਬਦ ਛੰਦ ਛੋਟਾ ਹੀ ਹੈ। 8 ਅੱਖਰ ਨੇ ਸਾਰੇ, 8 ਸ਼ਬਦ ਹਨ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਤੇ ਦੂਜੀ ਪੌੜੀ 'ਚ ਵੀ 4 ਹੀ, ਹਰੀਅੰ ਕਰੀਅੰ ਨਿਰਨਾਮੇ ਅਕਾਮੇ। ਇਸ ਵਾਸਤੇ ਇਹਦਾ ਸਿਮਰਨ 2 ਮਿੰਟ ਆਪਾਂ ਹੁਣ ਵੀ ਕਰਨਾ ਹੈ। ਜਦੋਂ ਆਪ ਜੀ ਨੇ ਕਥਾ ਸੁਣਨੀ ਹੈ ਤੇ ਰਸਨਾ ਤੇ ਜ਼ਰੂਰ ਲੈ ਕੇ ਆਇਓ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀਅੰ ਕਰੀਅੰ ਨਿਰਨਾਮੇ ਅਕਾਮੇ।
गोबिंदे मुकंदे उदारे अपारे, गोबिंदे मुकंदे उदारे अपारे, हरियं करियं निर्नामे अकामे, हरियं करियं निर्नामे अकामे। सो अज दी सेवा इन्नी क प्रवान करनी दास रियां तो, क्योंकि छोटी जो बुद्धि होई ना भी होने जो होए, सो बेअंत भुल्लां हुंदियां बख्शणियां जी। प्रेम नाल कथा सरवण करनी है ते होरनां नूं भी सरवण कराउणी है, भुल्लां बख्शणियां जी। फतेह प्रवान करो। वाहिगुरू जी का खालसा, वाहिगुरू जी की फतेह।